ਮੱਤੀ ਦੀ ਰਾਹੀਂ ਅੰਜੀਲ ਉਹਦਾ 9ਵਾਂ ਬਾਬ। ਫੇਰ ਬੇੜੀ ਉੱਤੇ ਚੜ੍ਹ ਕੇ ਉਹ ਪਾਰ ਲੰਘਿਆ ਅਤੇ ਆਪਣੇ ਸ਼ਹਿਰ ਨੂੰ ਆਇਆ। ਅਤੇ ਵੇਖੋ, ਇੱਕ ਚੋਲੇ ਦੇ ਮਾਰੇ ਹੋਏ ਨੂੰ ਮੰਜੀ ਉੱਤੇ ਪਿਆ ਹੋਇਆ ਉਹਦੇ ਕੋਲ ਲਿਆਏ। ਅਤੇ ਯਿਸੂ ਉਹਨਾਂ ਦਾ ਈਮਾਨ ਵੇਖ ਕੇ ਉਸ ਚੋਲੇ ਦੇ ਮਾਰੇ ਹੋਏ ਨੂੰ ਆਖਿਆ, ਪੁੱਤਰ, ਖਾਤਰ ਜਮ੍ਹਾਂ ਰੱਖ, ਤੇਰੇ ਗੁਨਾਹ ਬਖਸ਼ੇ ਗਏ। ਅਤੇ ਵੇਖੋ, ਕਈਆਂ ਫਕੀਆਂ ਆਪਣੇ ਦਿਲਾਂ ਵਿੱਚ ਆਖਿਆ, ਭਈ ਕੁਫਰ ਬੋਲਦਾ ਏ। ਅਤੇ ਯਿਸੂ ਉਹਨਾਂ ਦੀਆਂ ਖਿਆਲਾਂ ਨੂੰ ਬੁੱਝ ਕੇ ਆਖਿਆ, ਤੁਸੀਂ ਕਾਹਨੂੰ ਆਪਣੇ ਦਿਲਾਂ ਵਿੱਚ ਬੁਰੇ ਖਿਆਲ ਕਰਦੇ ਹੋ? ਕਿਹੜੀ ਗੱਲ ਆਖਣੀ ਸੌਖੀ ਹੈ? ਇਹ ਭਈ ਤੇਰੇ ਗੁਨਾਹ ਬਖਸ਼ੇ ਗਏ, ਜਾਂ ਇਹ ਭਈ ਉੱਠ ਤੇ ਟੁਰਨ ਲੱਗ ਪਓ? ਪਰ ਇਸ ਲਈ ਭਈ ਤੁਸੀਂ ਜਾਣੋ ਭਈ ਇਬਨ ਆਦਮ ਨੂੰ ਜ਼ਮੀਨ ਉੱਤੇ ਗੁਨਾਹ ਬਖਸ਼ਣ ਦਾ ਅਖਤਿਆਰ ਹੈ। ਤਦ ਉਸ ਚੋਲੇ ਦੇ ਮਾਰੇ ਹੋਏ ਨੂੰ ਆਖਿਆ, ਉੱਠ, ਆਪਣੀ ਮੰਜੀ ਚੁੱਕ ਲੈ ਅਤੇ ਆਪਣੇ ਘਰ ਟੁਰ ਜਾ। ਅਤੇ ਉਹ ਉੱਠ ਕੇ ਆਪਣੇ ਘਰ ਨੂੰ ਟੁਰ ਗਿਆ। ਅਤੇ ਲੋਕ ਵੇਖ ਕੇ ਡਰ ਗਏ ਅਤੇ ਖੁਦਾ ਦੀ ਵਡਿਆਈ ਕੀਤੀ ਭਈ ਉਸ ਜਿਹਾ ਅਖਤਿਆਰ ਬੰਦਿਆਂ ਨੂੰ ਦਿੱਤਾ। ਜਦ ਯਿਸੂ ਉੱਥੋਂ ਲੰਘ ਕੇ ਅਗਾਂਹ ਗਿਆ, ਉਸ ਇੱਕ ਸ਼ਖਸ ਨੂੰ ਜਿਹਦਾ ਨਾਂ ਮੱਤੀ ਸੀ, ਮਹਿਸੂਲ ਦੀ ਚੌਕੀ ਉੱਤੇ ਬੈਠਿਆਂ ਵਿਖਿਆ ਅਤੇ ਉਹਨੂੰ ਆਖਿਆ, ਮੇਰੇ ਮਗਰ ਟੁਰ ਪਓ। ਅਤੇ ਉਹ ਉੱਠ ਕੇ ਉਹਦੇ ਮਗਰ ਟੁਰ ਪਿਆ। ਫੇਰ ਇੰਝ ਹੋਇਆ, ਜਦੋਂ ਉਹ ਘਰ ਵਿੱਚ ਰੋਟੀ ਖਾਣ ਬੈਠਾ ਹੋਇਆ ਸੀ, ਅਤੇ ਵੇਖੋ, ਬਥੇਰੇ ਮਸੂਲੀਏ ਅਤੇ ਗੁਨਾਹਗਾਰ ਆ ਕੇ ਯਿਸੂ ਅਤੇ ਉਹਦੇ ਸ਼ਾਗਿਰਦਾਂ ਨਾਲ ਬਹਿ ਗਏ। ਅਤੇ ਫਰੀਸੀਆਂ ਵੇਖ ਕੇ ਉਹਦੇ ਸ਼ਾਗਿਰਦਾਂ ਨੂੰ ਆਖਿਆ, ਤੁਹਾਡਾ ਉਸਤਾਦ ਮਸੂਲੀਆਂ ਅਤੇ ਗੁਨਾਹੀਆਂ ਦੇ ਨਾਲ ਕਿਉਂ ਖਾਂਦਾ ਹੈ? ਉਸ ਇਹ ਸੁਣ ਕੇ ਆਖਿਆ, ਨਵਿਆਂ ਨਰੋਈਆਂ ਨੂੰ ਹਕੀਮ ਦੀ ਲੋੜ ਨਹੀਂ ਹੈ, ਸਗੋਂ ਮੰਦਿਆਂ ਨੂੰ। ਪਰ ਤੁਸੀਂ ਜਾ ਕੇ ਇਹਦਾ ਮਤਲਬ ਸਮਝੋ, ਭਈ ਮੈਂ ਕੁਰਬਾਨੀ ਨੂੰ ਨਹੀਂ ਚਾਹੁੰਦਾ, ਸਗੋਂ ਰਹਿਮ ਨੂੰ ਚਾਹੁੰਦਾ, ਕਿਉਂ ਜੋ ਮੈਂ ਨੇਕਾਂ ਨੂੰ ਸੱਦਣ ਲਈ ਨਹੀਂ ਆਇਆ, ਸਗੋਂ ਗੁਨਾਹੀਆਂ ਨੂੰ। ਤਦ ਯਹੋਨਾ ਦੇ ਸ਼ਾਗਿਰਦ ਉਹਦੇ ਕੋਲ ਆ ਕੇ ਆਖਣ ਲੱਗੇ, ਭਈ ਅਸੀਂ ਤੇ ਫਰੀਸੀ ਅਕਸਰ ਰੋਜ਼ਾ ਰੱਖਦੇ ਹਾਂ, ਪਰ ਤੇਰੇ ਸ਼ਾਗਿਰਦ ਕਿਉਂ ਰੋਜ਼ਾ ਨਹੀਂ ਰੱਖਦੇ? ਅਤੇ ਯਿਸੂ ਉਹਨਾਂ ਨੂੰ ਆਖਿਆ, ਜਿੰਨਾ ਚਿਰ ਲਾੜਾ ਉਹਨਾਂ ਦੇ ਨਾਲ ਹੈ, ਜਾਂਝੀ ਗਮ ਕਰ ਸਕਦੇ ਨੇ, ਪਰ ਉਹ ਦਿਨ ਆਉਣਗੇ ਜਦ ਲਾੜਾ ਉਹਨਾਂ ਤੋਂ ਨਖੇੜਿਆ ਜਾਵੇਗਾ, ਅਤੇ ਤਦ ਉਹ ਰੋਜ਼ਾ ਰੱਖਣ ਲੈਣਗੇ। ਕੋਰੇ ਕੱਪੜੇ ਦੀ ਟਾਕੀ ਪੁਰਾਣੇ ਕੱਪੜੇ ਨੂੰ ਕੋਈ ਨਹੀਂ ਲਾਉਂਦਾ, ਕਿਉਂ ਜੋ ਉਹ ਟਾਕੀ ਕੱਪੜੇ ਨੂੰ ਖਿੱਚ ਲੈਂਦੀ ਹੈ ਅਤੇ ਲੰਗਾਰ ਹੋਰ ਵੀ ਵੱਧ ਜਾਂਦਾ ਹੈ। ਅਤੇ ਨਵਾਂ ਅੰਗੂਰ ਦਾ ਰਸ ਪੁਰਾਣੀਆਂ ਮਸ਼ਕਾਂ ਵਿੱਚ ਲੋਕ ਨਹੀਂ ਭਰਦੇ, ਅਤੇ ਜੇ ਭਰਨ ਅਤੇ ਮਸ਼ਕਾਂ ਪਾੜ ਜਾਣਗੀਆਂ, ਅਤੇ ਅੰਗੂਰ ਦਾ ਰਸ ਵਗ ਜਾਏਗਾ, ਅਤੇ ਮਸ਼ਕਾਂ ਦਾ ਨਾਸ ਹੋ ਜਾਏਗਾ। ਪਰ ਨਵਾਂ ਅੰਗੂਰ ਦਾ ਰਸ ਨਵੀਆਂ ਮਸ਼ਕਾਂ ਵਿੱਚ ਭਰਦੇ ਨੇ, ਅਤੇ ਉਹ ਦੋਵੇਂ ਬਚੇ ਰਹਿੰਦੇ ਨੇ। ਜਦੋਂ ਉਹਨਾਂ ਨੂੰ ਇਹ ਗੱਲਾਂ ਪਿਆ ਆਖਦਾ ਸੀ, ਵੇਖੋ, ਇੱਕ ਸਰਦਾਰ ਆ ਕੇ ਉਹਨੂੰ ਸਜਦਾ ਕੀਤਾ ਅਤੇ ਆਖਿਆ, ਮੇਰੀ ਧੀ ਹੁਣੇ ਹੀ ਮਰ ਗਈ ਏ, ਪਰ ਤੂੰ ਆ ਕੇ ਉਹਦੇ ਉੱਤੇ ਹੱਥ ਰੱਖ ਅਤੇ ਉਹ ਜੀਵ ਪਏਗੀ। ਅਤੇ ਯਿਸੂ ਉੱਠ ਕੇ ਆਪਣੇ ਸ਼ਾਗਿਰਦਾਂ ਦੇ ਨਾਲ ਉਹਦੇ ਮਗਰ ਟੁਰ ਪਿਆ। ਅਤੇ ਵੇਖੋ, ਇੱਕ ਜ਼ਨਾਨੀ ਨੂੰ ਜਿਹਨੂੰ 12 ਵਰ੍ਹਿਆਂ ਦਾ ਲਹੂ ਆਉਂਦਾ ਸੀ, ਉਹਦੇ ਪਿੱਛੋਂ ਦੀ ਆ ਕੇ ਉਹਦੇ ਕੱਪੜੇ ਦੀ ਕੰਨੀ ਛੂਈ, ਕਿਉਂ ਜੋ ਉਸ ਆਪਣੇ ਜੀਵ ਵਿੱਚ ਆਖਿਆ ਸੀ, ਜੇ ਮੈਂ ਨਿਰਾ ਉਹਦਾ ਕੱਪੜਾ ਛੂਹ ਲਵਾਂ ਅਤੇ ਵੱਲ ਹੋ ਜਾਵਾਂਗੀ। ਤਦ ਯਿਸੂ ਭੌਂ ਕੇ ਉਹਨੂੰ ਵੇਖਿਆ ਅਤੇ ਆਖਿਆ, ਧੀਏ, ਖਾਤਰ ਜਮ੍ਹਾਂ ਰੱਖ, ਤੇਰੇ ਈਮਾਨ ਤੈਨੂੰ ਵੱਲ ਕੀਤਾ ਹੈ। ਅਤੇ ਉਹ ਜ਼ਨਾਨੀ ਉਸੇ ਘੜੀਓਂ ਵੱਲ ਕੀਤੀ ਗਈ। ਅਤੇ ਜਦੋਂ ਯਿਸੂ ਸਰਦਾਰ ਦੇ ਘਰ ਅੱਪੜਿਆ, ਉਸ ਬਾਂਸਰੀ ਵਜਾਉਣ ਵਾਲਿਆਂ ਅਤੇ ਭੀੜ ਨੂੰ ਰੌਲਾ ਪਾਉਂਦਿਆਂ ਵੇਖਿਆ ਅਤੇ ਆਖਿਆ, ਲਾਂਭੇ ਹੋ ਜਾਓ, ਕਿਉਂ ਜੋ ਕੁੜੀ ਮੂਈ ਨਹੀਂ, ਪਰ ਸੁੱਤੀ ਹੈ। ਅਤੇ ਉਹ ਉਹਦੇ ਉੱਤੇ ਹੱਸੇ। ਪਰ ਜਦ ਭੀੜ ਬਾਹਰ ਕੱਢੀ ਗਈ, ਉਸ ਅੰਦਰ ਜਾ ਕੇ ਉਹਦਾ ਹੱਥ ਫੜਿਆ ਅਤੇ ਉਹ ਕੁੜੀ ਉੱਠੀ। ਅਤੇ ਇਹ ਖਬਰ ਸਾਰੇ ਦੇਸ਼ ਵਿੱਚ ਫੈਲ ਗਈ। ਅਤੇ ਜਦ ਯਿਸੂ ਉੱਥੋਂ ਲੰਘਦਾ ਜਾਂਦਾ ਸੀ, 2 ਅੰਨੇ ਉਹਦੇ ਮਗਰ ਟੁਰ ਪਏ ਅਤੇ ਡੰਡ ਪਾ ਕੇ ਆਖਣ ਲੱਗੇ, ਇਹ ਦਾਊਦ ਦੇ ਪੁੱਤਰ, ਸਾਡੇ ਉੱਤੇ ਰਹਿਮ ਕਰ। ਅਤੇ ਜਦ ਉਹ ਘਰ ਦੇ ਅੰਦਰ ਆ ਗਿਆ, ਉਹ ਅੰਨੇ ਉਹਦੇ ਕੋਲ ਆਏ। ਅਤੇ ਯਿਸੂ ਉਹਨਾਂ ਨੂੰ ਆਖਿਆ, ਤੁਹਾਨੂੰ ਯਕੀਨ ਹੈ ਭਈ ਮੈਂ ਕੰਮ ਕਰ ਸਕਦਾ? ਉਹ ਉਹਨੂੰ ਆਖਣ ਲੱਗੇ, ਹਾਂ ਖੁਦਾਵੰਦਾ। ਤਦ ਉਹਨਾਂ ਦੀਆਂ ਅੱਖੀਆਂ ਨੂੰ ਇਹ ਕਹਿ ਕੇ ਛੂਹਿਆ, ਭਈ ਜਿਹਾ ਤੁਹਾਡਾ ਈਮਾਨ ਹੈ, ਐਵੇਂ ਹੀ ਤੁਹਾਡੇ ਲਈ ਹੋਵੇ।
ਤੇ ਉਹਨਾਂ ਦੀਆਂ ਅੱਖੀਆਂ ਖੁੱਲ੍ਹ ਗਈਆਂ। ਤੇ ਯਿਸੂ ਤਾਕੀਦ ਨਾਲ ਉਹਨਾਂ ਨੂੰ ਆਖਿਆ, ਖਬਰਦਾਰ, ਕੋਈ ਨਾ ਜਾਣੇ। ਪਰ ਉਹਨਾਂ ਬਾਹਰ ਜਾ ਕੇ ਉਹ ਸਾਰੇ ਦੇਸ਼ ਵਿੱਚ ਉਹਨੂੰ ਮਸ਼ਹੂਰ ਕੀਤਾ। ਤੇ ਇਹ ਅਜੇ ਬਾਹਰ ਪਏ ਜਾਂਦੇ ਸਨ ਤੇ ਵੇਖੋ, ਲੋਕ ਇੱਕ ਗੂੰਗੇ ਨੂੰ, ਜਿਹਦੇ ਵਿੱਚ ਬਦਰੂ ਸੀ, ਉਹਦੇ ਕੋਲ ਲਿਆਏ। ਤੇ ਜਦ ਬਦਰੂ ਕੱਢੀ ਗਈ ਤਦ ਗੂੰਗਾ ਗੱਲਾਂ ਕਰਨ ਲੱਗ ਪਿਆ। ਤੇ ਭੀੜ ਹੈਰਾਨ ਹੋ ਕੇ ਆਖਣ ਲੱਗੀ, ਭਈ ਅਜਿਹੀ ਗੱਲ ਇਸਰਾਈਲ ਵਿੱਚ ਕਦੀ ਨਹੀਂ ਸੀ ਵੇਖੀ ਗਈ। ਪਰ ਫਰੀਸੀਆਂ ਆਖਿਆ, ਉਹ ਤੇ ਬਦਰੂਹਾਂ ਦੇ ਸਰਦਾਰ ਦੀ ਮਦਦ ਨਾਲ ਬਦਰੂਹਾਂ ਨੂੰ ਕੱਢਦਾ ਏ। ਤੇ ਯਿਸੂ ਉਹਨਾਂ ਨੂੰ ਉਹਨਾਂ ਦੀਆਂ ਇਬਾਦਤਖਾਨਿਆਂ ਵਿੱਚ ਤਾਲੀਮ ਦਿੰਦਾ ਤੇ ਬਾਦਸ਼ਾਹੀ ਦੀ ਖੁਸ਼ਖਬਰੀ ਦੀ ਮੁਨਾਦੀ ਕਰਦਾ ਤੇ ਸਭ ਦੁੱਖ ਦਰਦ ਤੇ ਸਾਰੇ ਰੋਗਾਂ ਨੂੰ ਦੂਰ ਕਰਦਾ ਹੋਇਆ ਸਾਰੀਆਂ ਨਗਰਾਂ ਤੇ ਪਿੰਡਾਂ ਵਿੱਚ ਫਿਰਿਆ। ਤੇ ਭੀੜ ਉਹਨੂੰ ਵੇਖ ਕੇ ਉਹਨਾਂ ਦੇ ਉੱਤੇ ਤਰਸ ਆਇਆ, ਕਿਉਂ ਜੋ ਉਹ ਉਹਨਾਂ ਭੇਡਾਂ ਵਾਂਗਰ ਔਖੀਆਂ ਤੇ ਖੰਡੀਆਂ ਹੋਈਆਂ ਸਨ, ਜਿਨ੍ਹਾਂ ਦਾ ਅਯਾਲੀ ਨਾ ਹੋਵੇ। ਤਦ ਉਹ ਆਪਣੇ ਸ਼ਾਗਿਰਦਾਂ ਨੂੰ ਆਖਣ ਲੱਗਾ, ਫਸਲ ਤੇ ਬਹੁਤ ਹੈ, ਪਰ ਕਾਮੇ ਥੋੜ੍ਹੇ ਨੇ। ਇਸ ਲਈ ਫਸਲ ਦੇ ਮਾਲਕ ਦੀ ਮਿੰਨਤ ਕਰੋ, ਭਈ ਉਹ ਆਪਣੀ ਫਸਲ ਲਈ ਕਾਮਿਆਂ ਨੂੰ ਘੱਲ ਦੇਵੇ। ਆਮੀਨ।